Good morning. My name is Byant Kaur, Sector Tourism and Hospitality, job role tour guide, class +2, unit 2nd। और ਅੱਜ ਦਾ ਟੌਪਿਕ ਹੈ ਟਰੈਵਲ ਏਜੰਸੀ ਐਂਡ ਟੂਰ ਆਪਰੇਸ਼ਨਸ। ਸਭ ਤੋਂ ਪਹਿਲਾਂ ਹਿਸਟਰੀ ਆਫ ਟਰੈਵਲ ਏਜੰਸੀ। ਉਂਝ ਤਾਂ ਟੂਰਿਜ਼ਮ ਦਾ ਜੋ ਰੁਝਾਨ ਹੈ ਉਹ 19ਵੀਂ ਸਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਜੋ ਕਿ ਸਿਲਕ ਰੂਟ ਦੌਰਾਨ ਸ਼ੁਰੂ ਹੋਇਆ। ਪਰ ਇਸ ਨੂੰ ਅਸੀਂ ਟੂਰਿਜ਼ਮ ਦਾ ਇੱਕ ਪਾਰਟ ਨਹੀਂ ਕਹਿ ਸਕਦੇ, ਕਿਉਂਕਿ ਇਸ ਰੂਟ ਦਾ ਉਦੇਸ਼ ਆਪਣੇ ਵਪਾਰ ਨੂੰ ਪ੍ਰਫੁੱਲਿਤ ਕਰਨਾ ਸੀ। ਇਸ ਦੇ ਜ਼ਰੀਏ ਲੋਕ ਗਰੁੱਪਸ ਵਿੱਚ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਂਦੇ, ਪਰ ਉਹਨਾਂ ਦਾ ਜੋ ਮੁੱਖ ਮਕਸਦ ਸੀ ਉਹ ਆਪਣਾ ਵਪਾਰ ਕਰਨਾ ਸੀ। ਟਰੈਵਲ ਏਜੰਸੀ ਦੀ ਸ਼ੁਰੂਆਤ, ਜਾਂ ਇਹ ਕਹਿ ਲਓ ਕਿ ਟੂਰਿਜ਼ਮ ਬਿਜ਼ਨਸ ਦੀ ਜੋ ਸ਼ੁਰੂਆਤ ਹੈ ਉਹ ਥੋਮਸ ਕੁੱਕ ਨੇ ਕੀਤੀ। ਥੋਮਸ ਕੁੱਕ ਨੂੰ ਫਾਦਰ ਆਫ ਟਰੈਵਲ ਏਜੰਸੀ ਜਾਂ ਫਾਦਰ ਆਫ ਟੂਰਿਜ਼ਮ ਬਿਜ਼ਨਸ ਵੀ ਕਿਹਾ ਜਾਂਦਾ ਹੈ। ਇਹ ਦੁਨੀਆ ਦਾ ਪਹਿਲਾ ਇਨਸਾਨ ਸੀ ਜਿਸ ਨੇ ਸੈਰ ਸਪਾਟੇ ਨੂੰ, ਜਾਂ ਕਹਿ ਲਓ ਟੂਰਿਜ਼ਮ ਇੰਡਸਟਰੀ ਨੂੰ, ਇੱਕ ਰੂਪ ਰੇਖਾ ਦਿੱਤੀ। 5 ਜੁਲਾਈ 1845 ਈਸਵੀ ਵਿੱਚ ਪਹਿਲੀ ਵਾਰ ਥੋਮਸ ਕੁੱਕ ਨੇ ਦੁਨੀਆ ਦਾ ਪਹਿਲਾ ਟ੍ਰਿਪ ਆਯੋਜਿਤ ਕੀਤਾ। ਉਸਨੇ ਇੱਕ ਟ੍ਰੇਨ ਨੂੰ ਰੈਂਟ 'ਤੇ ਲਿਆ ਅਤੇ ਉਸ ਵਿੱਚ 500 ਜੋ ਸੀ ਉਹਨਾਂ ਦੇ ਕਸਟਮਰ ਜਾਂ ਕਲਾਇੰਟ, ਉਹਨਾਂ ਨੂੰ ਕੈਰੀ ਕੀਤਾ ਅਤੇ ਇੰਗਲੈਂਡ ਦੇ ਕੁਝ ਸ਼ਹਿਰਾਂ ਦਾ ਇੱਕ ਟ੍ਰਿਪ ਕਰਵਾਇਆ, ਜਿਸ ਦੇ ਬਦਲੇ ਉਸਨੇ ਸਭ ਤੋਂ ਇੱਕ ਛਲਾਂਗ ਲੈਤਾ। ਇਸ ਤੋਂ ਹੀ ਸੈਰ ਸਪਾਟੇ ਦੀ ਸ਼ੁਰੂਆਤ ਹੋਈ। ਇਹ ਉਹ ਪਹਿਲੀ ਘਟਨਾ ਸੀ ਜਿਸ ਨੇ ਯੂਰਪ ਵਿੱਚ ਟੂਰਿਜ਼ਮ ਨੂੰ ਸਟਾਰਟ ਕੀਤਾ। ਲੋਕਾਂ ਨੇ ਇਸ ਟੂਰ ਦਾ ਬਹੁਤ ਆਨੰਦ ਲਿਆ। ਇਹ ਇੱਕ ਦਿਨ ਦਾ ਟ੍ਰਿਪ ਸੀ ਅਤੇ ਥੋਮਸ ਨੇ ਲੰਚ ਦਾ ਜੋ ਅਰੇਂਜਮੈਂਟ ਹੈ ਉਹ ਵੀ ਟ੍ਰੇਨ ਦੇ ਵਿੱਚ ਹੀ ਕੀਤਾ ਸੀ। ਉਸਦੀ ਇਹ ਸ਼ੁਰੂਆਤ ਬਹੁਤ ਸਕਸੈਸਫੁਲ ਰਹੀ। ਉਸ ਤੋਂ ਬਾਅਦ ਥੋਮਸ ਕੁੱਕ ਨੇ 1850 ਵਿੱਚ ਸਕਾਟਲੈਂਡ ਵਿੱਚ ਕੁਝ ਟੂਰ ਕਰਵਾਏ, ਔਰ ਇੱਕ ਯੂਨੀਵਰਸਿਟੀ ਵਿੱਚ ਵੀ ਉਸਨੇ, ਜੋ ਕਿ ਉੱਥੋਂ ਦੇ ਯੰਗ ਪੀਪਲ ਨੂੰ ਲੈ ਕੇ ਇੱਕ ਟੂਰ ਕਰਵਾਇਆ। ਇਸ ਤੋਂ ਬਾਅਦ ਉਸਦੀ ਟਰੈਵਲ ਏਜੰਸੀ ਦੀ ਸ਼ੁਰੂਆਤ ਹੋ ਗਈ। ਫਿਰ 1870 ਵਿੱਚ ਉਸਦੀ ਇਹ ਜੋ ਉਸਨੇ ਟਰੈਵਲ ਏਜੰਸੀ ਨੂੰ ਯਾਨੀ ਕਿ ਸੈਟਅਪ ਕੀਤਾ ਸੀ, ਉਹ ਪੂਰੇ ਵਰਲਡ ਵਿੱਚ ਫੈਲ ਗਈ। ਪੂਰੇ ਵਰਲਡ ਵਿੱਚ ਉਸਦੀਆਂ ਜੋ ਬ੍ਰਾਂਚਿਸ ਸੀ ਉਹ ਫੈਲ ਗਈਆਂ। 1870 ਤੱਕ ਉਸਨੇ ਪੂਰੀ ਦੁਨੀਆ ਵਿੱਚ ਟੂਰਿਜ਼ਮ ਦੀ ਸ਼ੁਰੂਆਤ ਕਰ ਦਿੱਤੀ ਸੀ। ਮਿਡਲ ਕਲਾਸ ਲੋਕਾਂ ਲਈ ਉਸਨੇ ਗ੍ਰੈਂਡ ਟੂਰ ਦਾ ਵੀ ਆਯੋਜਨ ਕੀਤਾ। ਉਸਦੀ ਥੋਮਸ ਕੁੱਕ ਦੀ ਜੋ ਸਭ ਤੋਂ ਪਹਿਲਾਂ ਉਸਨੇ ਜੋ ਇੱਕ ਟਰੈਵਲ ਏਜੰਸੀ ਦੀ ਸ਼ੁਰੂਆਤ ਕੀਤੀ ਸੀ, ਉਹ ਜੌਹਨ ਏ ਮੈਸ਼ਨ ਕੁੱਕ ਨਾਲ ਮਿਲ ਕੇ ਕੀਤੀ ਸੀ ਅਤੇ ਉਹਨਾਂ ਨੇ ਆਪਣੇ ਟਰੈਵਲ ਏਜੰਸੀ ਦਾ ਨਾਮ ਰੱਖਿਆ ਸੀ ਥੋਮਸ ਕੁੱਕ ਐਂਡ ਸੰਸ। ਥੋਮਸ ਕੁੱਕ ਐਂਡ ਸੰਸ ਦੁਨੀਆ ਦੀ ਸਭ ਤੋਂ ਪਹਿਲੀ ਟਰੈਵਲ ਏਜੰਸੀ ਸੀ, ਜੋ ਕਿ ਨਵੰਬਰ 1841 ਵਿੱਚ ਇਸਟੈਬਲਿਸ਼ ਹੋਈ ਸੀ। ਥੋਮਸ ਕੁੱਕ ਦੇ ਉਸ ਸਮੇਂ ਦੇ ਜੋ ਕੰਪੀਟੀਟਰ ਸੀ, ਉਹਨਾਂ ਦੇ ਨਾਮ ਨੇ ਕੌਕਸ ਐਂਡ ਕਿੰਗਸ ਐਂਡ ਅਮੈਰੀਕਨ ਐਕਸਪ੍ਰੈਸ। ਇੱਕ ਟਰੈਵਲ ਏਜੰਸੀ ਕੀ ਹੁੰਦੀ ਹੈ? ਇੱਕ ਟਰੈਵਲ ਏਜੰਸੀ ਇੱਕ ਕਮਰਸ਼ੀਅਲ ਬਿਜ਼ਨਸ ਜਾਂ ਇੱਕ ਕਮਰਸ਼ੀਅਲ ਇੰਡਸਟਰੀ ਹੁੰਦੀ ਹੈ, ਜਿਸ ਦਾ ਕਿ ਮੇਨ ਰੋਲ ਹੁੰਦਾ ਹੈ ਟੂਰਿਸਟ ਨੂੰ ਜਾਂ ਕਸਟਮਰਸ ਨੂੰ, ਕਲਾਇੰਟਸ ਨੂੰ ਟੂਰਿਸਟ ਡੈਸਟੀਨੇਸ਼ਨਸ ਦੀ ਇਨਫੋਰਮੇਸ਼ਨ ਦੇਣੀ। ਇੱਕ ਟੂਰਿਸਟ ਜਾਂ ਕਹਿ ਲਓ ਇੱਕ ਕਲਾਇੰਟ ਅਗਰ ਕਿਸੇ ਜਗ੍ਹਾ, ਕਿਸੇ ਟੂਰਿਸਟ ਡੈਸਟੀਨੇਸ਼ਨ 'ਤੇ ਘੁੰਮਣਾ ਚਾਹੁੰਦਾ ਹੈ ਤਾਂ ਉਹ ਇੱਕ ਟਰੈਵਲ ਏਜੰਟ ਕੋਲ ਜਾਵੇਗਾ। ਉਸ ਜਗ੍ਹਾ ਦੇ ਵਿੱਚ ਜਿੰਨੀਆਂ ਵੀ ਟੂਰਿਸਟ ਅਟਰੈਕਸ਼ਨਸ ਨੇ ਉਸ ਸਭ ਦੀ ਜਾਣਕਾਰੀ ਲੈਣ। ਤਾਂ ਇੱਕ ਟਰੈਵਲ ਏਜੰਸੀ ਦੀ ਜੋ ਮੇਨ ਉਹਨਾਂ ਦਾ ਜੋ ਰੋਲ ਹੁੰਦਾ ਹੈ, ਉਹ ਹੁੰਦਾ ਹੈ ਕਲਾਇੰਟ ਨੂੰ ਟੂਰਿਸਟ ਡੈਸਟੀਨੇਸ਼ਨਸ ਦੀ ਪੂਰੀ ਇਨਫੋਰਮੇਸ਼ਨ ਦੇਣੀ
ਉਸਦੇ ਟੂਰ ਪਲਾਨ ਦੀ ਪੂਰੀ ਜੋ ਉਹਨਾਂ ਨੂੰ ਗਾਈਡ ਕਰਨਾ ਅਤੇ ਉਸ ਤੋਂ ਬਾਅਦ ਉਹਨਾਂ ਦੇ ਟੂਰ ਦਾ ਅਰੇਂਜਮੈਂਟ ਕਰਨਾ ਔਰ ਇਹ ਦੇਖਣਾ ਕਿ ਉਸਨੇ ਆਪਣੇ ਟੂਰ ਪਲਾਨ ਦੇ ਵਿੱਚ ਕੀ ਕੀ ਜੋ ਪ੍ਰੋਡਕਟਸ ਐਂਡ ਸਰਵਿਸ ਨੇ ਉਹ ਇਨਕਲੂਡ ਕਰਵਾਈਆਂ ਨੇ। ਇੱਕ ਟਰੈਵਲ ਏਜੰਸੀ ਆਫਿਸ ਲਈ ਕੀ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ। ਸਭ ਤੋਂ ਪਹਿਲਾਂ ਜੋ ਇੱਕ ਟਰੈਵਲ ਏਜੰਸੀ ਆਫਿਸ ਹੁੰਦਾ ਹੈ ਉਹ ਏਅਰ ਕੰਡੀਸ਼ਨਰ ਹੋਣਾ ਚਾਹੀਦਾ ਹੈ। ਉਸ ਵਿੱਚ ਟੇਬਲਸ ਐਂਡ ਚੇਅਰਸ ਦਾ ਵੈਲ ਸੈਟਅਪ ਹੋਣਾ ਚਾਹੀਦਾ ਆ। ਇਸ ਤੋਂ ਇਲਾਵਾ ਫਿਲਿੰਗ ਕੈਬਨਿਟ, ਸਿਟਿੰਗ ਏਰੀਆ ਅਤੇ ਲੌਜ, ਕਾਊਂਟਰ ਔਰ ਬਰਾਊਸ਼ਰ ਰੈਂਕ। ਬਰਾਊਸ਼ਰ ਰੈਕ ਇੱਕ ਅਜਿਹੀ ਚੀਜ਼ ਹੁੰਦੀ ਹੈ ਜਿਸ ਵਿੱਚ ਕਿ ਹਰ ਤਰ੍ਹਾਂ ਦੀਆਂ ਟੂਰਿਸਟ ਡੈਸਟੀਨੇਸ਼ਨਸ ਨਾਲ ਸੰਬੰਧਿਤ ਜੋ ਕਿ ਮਟੀਰੀਅਲ ਹੁੰਦਾ ਹੈ, ਬਰਾਊਸ਼ਰਸ ਹੁੰਦੇ ਨੇ ਜਿਸ ਉੱਪਰ ਹਰ ਦੇਸ਼ ਦੇ ਟੂਰਿਸਟ ਡੈਸਟੀਨੇਸ਼ਨਸ ਬਾਰੇ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੁਛ ਹੋਰ ਪ੍ਰੋਡਕਟਸ ਹੋਣੇ ਚਾਹੀਦੇ ਨੇ ਜਿੱਦਾਂ ਟੈਲੀਫੋਨ ਐਂਡ ਫੈਕਸ ਮਸ਼ੀਨ, ਕੰਪਿਊਟਰ ਐਂਡ ਪ੍ਰਿੰਟਰਸ, ਗਲੋਬਲ ਡਿਸਟਰੀਬਿਊਸ਼ਨ ਸਿਸਟਮ ਜਾਂ ਕੰਪਿਊਟਰ ਰਿਜ਼ਰਵੇਸ਼ਨ ਸਿਸਟਮ। ਇਹ ਇਸ ਤਰ੍ਹਾਂ ਦੇ ਸੋਫਟਵੇਅਰ ਹੁੰਦੇ ਨੇ ਜੋ ਹਰ ਇੱਕ ਟਰੈਵਲ ਏਜੰਸੀ ਕੋਲ ਹੋਣੇ ਜ਼ਰੂਰੀ ਹੁੰਦੇ ਨੇ। ਤਿੰਨ ਤਰ੍ਹਾਂ ਦੀਆਂ ਜੋ ਕਿ ਟਰੈਵਲ ਏਜੰਸੀਜ਼ ਹੁੰਦੀਆਂ ਨੇ ਜਿਸ ਨੂੰ ਕਿ TMC ਯਾਨੀ ਕਿ ਟਰੈਵਲ ਮੈਨੇਜਮੈਂਟ ਕੰਪਨੀਜ਼ ਵੀ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਸਮਾਲ ਸਾਈਜ਼ਡ, ਜੋ ਇੱਕ ਸਮਾਲ ਸਾਈਜ਼ਡ TMC ਹੁੰਦੀ ਹੈ ਉਸ ਦੇ ਵਿੱਚ 10 ਤੋਂ ਵੱਧ ਇੰਪਲਾਈਜ਼ ਨਹੀਂ ਹੋਣੇ ਚਾਹੀਦੇ ਔਰ ਉਹਨਾਂ 10 ਇੰਪਲਾਈਜ਼ ਨੂੰ ਇੱਕ ਮੈਨੇਜਰ ਸੁਪਰਵਾਈਜ਼ ਕਰਦਾ ਹੈ ਤਿੰਨਾਂ ਡਿਪਾਰਟਮੈਂਟਸ ਦੇ ਵਿੱਚ। ਉਸ ਤੋਂ ਬਾਅਦ ਆਉਂਦੀ ਹੈ ਇੱਕ ਮੀਡੀਅਮ ਸਾਈਜ਼ਡ ਟਰੈਵਲ ਮੈਨੇਜਮੈਂਟ ਕੰਪਨੀ ਜਿਸ ਵਿੱਚ ਕਿ 20 ਤੋਂ ਵੱਧ ਇੰਪਲਾਈਜ਼ ਨਹੀਂ ਹੋਣੇ ਚਾਹੀਦੇ ਅਤੇ ਇਸ ਵਿੱਚ 3 ਡਿਪਾਰਟਮੈਂਟ ਹੈੱਡ ਹੁੰਦੇ ਨੇ ਜੋ ਕਿ ਉੱਪਰ ਇੱਕ ਮੈਨੇਜਰ ਨੂੰ ਰਿਪੋਰਟ ਕਰਦੇ ਨੇ। ਔਰ ਨੰਬਰ 3 'ਤੇ ਹੁੰਦੀ ਹੈ ਇੱਕ ਲਾਰਜ ਸਾਈਜ਼ TMC ਯਾਨੀ ਕਿ ਜਿਸ ਵਿੱਚ ਐਟਲੀਸਟ 30 ਇੰਪਲਾਈਜ਼ ਹੋਣੇ ਜ਼ਰੂਰੀ ਹੈ ਅਤੇ ਉਹਨਾਂ ਨੂੰ ਇੱਕ ਜਨਰਲ ਮੈਨੇਜਰ ਜੋ ਹੈ ਕੰਟਰੋਲ ਕਰਦਾ ਹੈ ਜਾਂ ਇੱਕ ਜਨਰਲ ਮੈਨੇਜਰ ਨੂੰ ਉਹ ਆਪਣੀ ਰਿਪੋਰਟ ਦਿੰਦੇ ਨੇ। ਇੱਕ ਟਰੈਵਲ ਏਜੰਟ ਦੀਆਂ ਕੀ ਕੀ ਵੈਲਿਊਜ਼ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲਾਂ ਟਰੈਵਲ ਰਿਲੇਟਡ ਸਾਰੇ ਸੋਲਿਊਸ਼ਨਸ ਕਰਨ ਦੇ ਵਿੱਚ ਉਹ ਸਕਿਲਡ ਹੋਣਾ ਚਾਹੀਦਾ ਆ। ਉਸਨੂੰ ਬੈਸਟ ਡੀਲ ਕਰਨ ਦੇ ਵਿੱਚ ਮੁਹਾਰਤ ਹਾਸਲ ਹੋਣੀ ਚਾਹੀਦੀ ਆ। ਇੱਕ ਟਰੈਵਲ ਏਜੰਟ ਨੂੰ ਨੌਲੇਜ ਹੋਣੀ ਚਾਹੀਦੀ ਨੇ ਸਭ ਤਰ੍ਹਾਂ ਦੀਆਂ ਟੂਰਿਸਟ ਡੈਸਟੀਨੇਸ਼ਨਸ ਦੀ ਨੌਲੇਜ ਹੋਣੀ ਚਾਹੀਦੀ ਆ। ਇੱਕ ਟਰੈਵਲ ਏਜੰਟ ਆ ਜੋ ਅਕਾਊਂਟੇਬਲ ਹੋਣਾ ਚਾਹੀਦਾ ਆ ਔਰ ਉਹ ਟਾਈਮ ਐਂਡ ਟਰੈਵਲ ਨੂੰ ਸੇਵ ਕਰਨਾ ਵੀ ਜਾਣਦਾ ਹੋਵੇ। ਬੈਸਟ ਸਪਲਾਇਰ ਹੋਣਾ ਚਾਹੀਦਾ ਆ ਇੱਕ ਟਰੈਵਲ ਏਜੰਟ। ਇਸ ਤੋਂ ਬਾਅਦ ਫੰਕਸ਼ਨਸ ਆਫ ਆ ਟਰੈਵਲ ਏਜੰਸੀ। ਇੱਕ ਟਰੈਵਲ ਏਜੰਸੀ ਦੇ ਕੀ ਕੀ ਫੰਕਸ਼ਨਸ ਹੁੰਦੇ ਨੇ। ਨੰਬਰ 1, ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਣਾ। ਸਭ ਤੋਂ ਪਹਿਲਾਂ ਟਰੈਵਲ ਏਜੰਸੀ ਦਾ ਜੋ ਕੰਮ ਹੁੰਦਾ ਹੈ ਉਹ ਹੁੰਦਾ ਆ ਕਲਾਇੰਟ ਨੂੰ ਟੂਰਿਸਟ ਡੈਸਟੀਨੇਸ਼ਨਾਂ ਦੇ ਰਿਲੇਟਡ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਣਾ ਔਰ ਉਹ ਸਿਰਫ ਟੂਰਿਸਟ ਡੈਸਟੀਨੇਸ਼ਨਾਂ ਦੇ ਸੰਬੰਧ ਵਿੱਚ ਹੀ ਨਹੀਂ ਹੋਣੀ ਚਾਹੀਦੀ। ਉੱਥੋਂ ਦਾ ਟੈਂਪਰੇਚਰ, ਉਸ ਜਗ੍ਹਾ ਦਾ ਅਕੋਮੋਡੇਸ਼ਨ ਦਾ ਸਿਸਟਮ, ਉਸ ਜਗ੍ਹਾ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਜੋ ਕਿ ਟੂਰਿਸਟ ਨੂੰ ਟੂਰ ਦੇ ਦੌਰਾਨ ਚਾਹੀਦੀਆਂ ਨੇ, ਉਹਨਾਂ ਸਭ ਦੀ ਇਨਫੋਰਮੇਸ਼ਨ ਦੇਣਾ ਇੱਕ ਟਰੈਵਲ ਏਜੰਸੀ ਦਾ ਮੁੱਖ ਕੰਮ ਹੁੰਦਾ ਹੈ। ਨੰਬਰ 2, ਡੈਸਟੀਨੇਸ਼ਨਾਂ ਨੂੰ ਰਿਕਮੈਂਡ ਕਰਨਾ। ਹਰ ਇੱਕ ਕਲਾਇੰਟ ਦੀਆਂ ਜਾਂ ਹਰ ਇੱਕ ਇਨਸਾਨ ਦੀਆਂ ਵੱਖਰੀਆਂ ਵੱਖਰੀਆਂ ਜੋ ਕਿ ਚੋਇਸ ਹੁੰਦੀ ਆ ਜਾਂ ਨੀਡਸ ਹੁੰਦੀ ਆ। ਕਈ ਵਾਰ ਕੋਈ ਇਨਸਾਨ ਕਿਸੇ ਜਗ੍ਹਾ 'ਤੇ ਘੁੰਮਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪਾਰਟੀਕੂਲਰ ਡੈਸਟੀਨੇਸ਼ਨ ਦਾ ਨਹੀਂ ਪਤਾ ਹੁੰਦਾ ਤਾਂ ਉਹ ਇੱਕ ਟਰੈਵਲ ਏਜੰਟ ਕੋਲ ਆਉਂਦੇ ਨੇ ਸੁਜੈਸ਼ਨ ਲੈਣ ਲਈ ਵੀ ਉਹਨਾਂ ਨੂੰ ਕਿਸ ਜਗ੍ਹਾ 'ਤੇ ਜਾਣਾ ਚਾਹੀਦਾ ਆ। ਇੱਥੇ ਹੀ ਕਿਸੇ ਟਰੈਵਲ ਏਜੰਟ ਦਾ ਮੁੱਖ ਜੋ ਕਹਿ ਸਕਦੇ ਹਾਂ ਮੇਨ ਰੋਲ ਸਾਹਮਣੇ ਆਉਂਦਾ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਕਲਾਇੰਟ ਨੂੰ ਕਨਵਿੰਸ ਕਰਦਾ ਆ। ਜਿਸ ਤਰ੍ਹਾਂ ਜਿਵੇਂ ਕੋਈ ਇਨਸਾਨ ਹੁੰਦਾ ਆ ਜਿਸ ਨੂੰ ਹਿਸਟੋਰੀਕਲ ਪਲੇਸਿਸ 'ਤੇ ਜਾਣਾ ਪਸੰਦ ਆ ਜਾਂ ਉਹ ਕਲਚਰਲ ਟੂਰਿਜ਼ਮ ਨੂੰ ਦੇਖਣਾ ਚਾਹੁੰਦਾ ਆ ਤਾਂ ਫਿਰ ਉਹ ਟਰੈਵਲ ਏਜੰਟ ਉਸ ਨੂੰ ਪ੍ਰੈਫਰ ਕਰੇਗਾ ਹਿਸਟੋਰੀਕਲ ਪੈਲਸਿਸ ਅਤੇ ਫੋਰਟਸ ਜੋ ਕਿ
ਜ਼ਿਆਦਾਤਰ ਰਾਜਸਥਾਨ ਜੈਪੁਰ ਵਿੱਚ ਪਾਏ ਜਾਂਦੇ ਨੇ, ਜਿੱਦਾਂ ਹਵਾ ਮਹਿਲ, ਮਹਾਰਾਣੀ ਪੈਲਸ, ਅਜਮੇਰ ਫੋਰਟ। ਇਹ ਇੱਦਾਂ ਦੇ ਕਿਲ੍ਹੇ ਜਾਂ ਪੈਲਸਿਸ ਹੁੰਦੇ ਨੇ ਜੋ ਕਿ ਕਲਚਰ ਜਾਂ ਹੈਰੀਟੇਜ ਨੂੰ ਕਹਿ ਲਓ, ਕਲਚਰ ਅਤੇ ਇੱਕ ਹੈਰੀਟੇਜ ਦਾ ਇੱਕ ਬੇਜੋੜ ਸੁਮੇਲ ਹੁੰਦਾ ਆ। ਇਸ ਤਰ੍ਹਾਂ ਦੇ ਪੁਰਾਣੇ ਕਿਲ੍ਹੇ ਮਹਿਲਾਂ ਦੇ ਵਿੱਚ ਕਲਾ ਅਤੇ ਸੰਸਕ੍ਰਿਤੀ ਦਾ ਜੋ ਨਮੂਨਾ ਹੁੰਦਾ ਹੈ ਉਹ ਦੇਖਣ ਨੂੰ ਮਿਲਦਾ ਆ। ਔਰ ਇਸ ਤਰ੍ਹਾਂ ਦੀ ਇੱਛਾ ਰੱਖਣ ਵਾਲਾ ਜੋ ਟੂਰਿਸਟ ਹੁੰਦਾ ਆ ਉਹ ਇਸ ਤਰ੍ਹਾਂ ਦੇ ਜਗ੍ਹਾ 'ਤੇ ਜਾਣਾ ਬਹੁਤ ਜ਼ਿਆਦਾ ਪਸੰਦ ਕਰਦਾ ਹੈ। ਇਸ ਤੋਂ ਇਲਾਵਾ ਕਈ ਇੱਦਾਂ ਦੇ ਕਲਾਇੰਟ ਵੀ ਹੁੰਦੇ ਨੇ ਜਿਨ੍ਹਾਂ ਨੂੰ ਰਿਲੀਜੀਅਸ ਥਾਵਾਂ 'ਤੇ ਜਾਣਾ ਪਸੰਦ ਆ, ਤਾਂ ਉਹਨਾਂ ਲਈ ਟਰੈਵਲ ਏਜੰਟ ਰਿਕਮੈਂਡ ਕਰ ਸਕਦਾ ਆ ਕਿਸੇ ਟੂਰਿਸਟ ਡੈਸਟੀਨੇਸ਼ਨਸ ਨੂੰ ਜੋ ਕਿ ਰਿਲੀਜੀਅਸ ਹੋਣ, ਜਿੱਦਾਂ ਰਿਸ਼ੀਕੇਸ਼, ਸ਼ਿਰਡੀ, ਇਹੋ ਜਿਹੀਆਂ ਧਾਰਮਿਕ ਥਾਵਾਂ, ਇਹੋ ਜਿਹੇ ਧਾਰਮਿਕ ਸ਼ਹਿਰ ਜਿੱਥੇ ਟੂਰਿਸਟ ਡੈਸਟੀਨੇਸ਼ਨ ਦੇ ਨਾਲ ਨਾਲ ਉੱਥੋਂ ਦੇ ਯਾਨੀ ਕਿ ਰਿਲੀਜੀਅਸ ਪਲੇਸਿਸ ਲਈ ਵੀ ਉਹ ਥਾਂ ਜੋ ਕਿ ਆ ਪਰਫੈਕਟ ਹੁੰਦੀ ਆ। ਔਰ ਜੇ ਕੋਈ ਯੰਗ ਪੀਪਲ ਜਾਂ ਕਿਸੇ ਕਾਲਜ ਯੂਨੀਵਰਸਿਟੀਜ਼ ਦੇ ਸਟੂਡੈਂਟਸ ਦਾ ਕੋਈ ਗਰੁੱਪ ਕਿਸੇ ਟਰੈਵਲ ਏਜੰਟ ਤੋਂ ਕੋਈ ਟੂਰ ਪੈਕੇਜ ਲੈਣ ਲਈ ਆਉਂਦਾ ਹੈ, ਤਾਂ ਟਰੈਵਲ ਏਜੰਟ ਉਹਨਾਂ ਨੂੰ ਐਡਵੈਂਚਰ ਟੂਰਿਜ਼ਮ ਲਈ ਸੁਜੈਸ਼ਨ ਦੇ ਸਕਦਾ ਹੈ। ਐਡਵੈਂਚਰ ਟੂਰਿਜ਼ਮ ਦੇ ਵਿੱਚ ਐਡਵੈਂਚਰ ਸਪੋਰਟਸ ਹੁੰਦੀਆਂ ਆ, ਜਿੱਦਾਂ ਆਈਸ ਟਰੈਕਿੰਗ, ਮਾਊਂਟ ਕਲਾਈਮਿੰਗ, ਰਿਵਰ ਰੈਫਟਿੰਗ ਵਗੈਰਾ, ਜੋ ਕਿ ਅੱਜ ਦੀ ਯੂਥ ਵਿੱਚ ਬਹੁਤ ਜ਼ਿਆਦਾ ਯਾਨੀ ਕਿ ਪਸੰਦ ਕੀਤੀਆਂ ਜਾਂਦੀਆਂ ਹਨ। ਉਸ ਤੋਂ ਇਲਾਵਾ ਟਰੈਵਲ ਏਜੰਸੀ ਦਾ ਜੋ ਮੇਨ ਫੰਕਸ਼ਨ ਹੁੰਦਾ ਆ ਉਹ ਹੁੰਦਾ ਆ ਟਰੈਵਲ ਡਾਕੂਮੈਂਟਸ ਬਾਰੇ ਜਾਂ ਟਰੈਵਲ ਡਾਕੂਮੈਂਟਸ ਦਾ ਸਾਰਾ ਅਰੇਂਜ ਕਰਕੇ ਦੇਣਾ ਕਲਾਇੰਟ ਨੂੰ। ਇੱਕ ਟਰੈਵਲ ਲਈ ਕਾਫੀ ਡਾਕੂਮੈਂਟਸ ਦੀ ਲੋੜ ਪੈਂਦੀ ਹੈ, ਜਿੱਦਾਂ ਪਾਸਪੋਰਟ, ਵੀਜ਼ਾ ਵਗੈਰਾ, ਅਗਰ ਕਲਾਇੰਟ ਨੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਜਿੱਦਾਂ ਟੂਰ ਕਰਨਾ ਹੈ ਤਾਂ। ਉਸ ਤੋਂ ਇਲਾਵਾ ਸਾਰਾ ਜੋ ਟਰੈਵਲ ਦਾ ਅਰੇਂਜਮੈਂਟ ਦਾ ਪ੍ਰੋਸੈਸ ਹੁੰਦਾ ਆ ਉਹ ਵੀ ਟਰੈਵਲ ਏਜੰਸੀ ਦੁਆਰਾ ਕੀਤਾ ਜਾਂਦਾ ਆ, ਜਿਸ ਵਿੱਚ ਕਿ ਟੂਰ ਪੈਕੇਜ, ਅਕੋਮੋਡੇਸ਼ਨ, ਸਾਈਟ ਸੀਇੰਗ ਸਭ ਕੁਛ ਆ ਜਾਂਦਾ ਆ। ਉਸ ਤੋਂ ਇਲਾਵਾ ਅਗਰ ਕੋਈ ਇੱਦਾਂ ਦਾ ਕੇਸ ਹੋਵੇ ਜਿਹਦੇ ਵਿੱਚ ਕੈਂਸਲਸ ਹੋਣੀਆਂ, ਮਤਲਬ ਕਲਾਇੰਟ ਕੈਂਸਲ ਕਰਦੇ ਆਪਣਾ ਟੂਰ ਜਾਂ ਰਿਫੰਡ ਕਰਵਾਉਣਾ ਚਾਹੁੰਦਾ ਹੋਵੇ, ਹੈ ਨਾ, ਜਿੱਦਾਂ ਉਹ ਪਹਿਲਾਂ ਟੂਰ ਪੈਕੇਜ ਲੈ ਲਏ ਪਰ ਬਾਅਦ ਦੇ ਵਿੱਚ ਉਹ ਕਿਸੇ ਪ੍ਰੋਬਲਮ ਕਰਕੇ, ਕਿਸੇ ਫੈਮਿਲੀ ਪ੍ਰੋਬਲਮ ਕਰਕੇ ਉਹ ਆਪਣਾ ਟੂਰ ਕੈਂਸਲ ਕਰ ਦੇਵੇ, ਤਾਂ ਇਸ ਦੇ ਵਿੱਚ ਟਰੈਵਲ ਏਜੰਟ ਉਸ ਦੀ ਮਦਦ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਕੈਂਸਲੇਸ਼ਨਸ ਕਰਵਾਉਣ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਰਿਫੰਡਸ ਕਰਵਾਉਣ ਦੇ ਵਿੱਚ। ਇੱਕ ਟਰੈਵਲ ਏਜੰਸੀ ਦਾ ਰਿਲੇਸ਼ਨਸ਼ਿਪ ਹੁੰਦੀ ਆ ਟੂਰ ਓਪਰੇਟਰਸ ਅਤੇ ਕਸਟਮਰਸ ਦੇ ਨਾਲ। ਇਸ ਤੋਂ ਇਲਾਵਾ ਏਅਰਲਾਈਨਸ, ਹੋਟਲਸ, ਟਰਾਂਸਪੋਰਟੇਸ਼ਨ, ਇਹ ਤਿੰਨ ਇਸ ਤਰ੍ਹਾਂ ਦੀਆਂ ਇੰਡਸਟਰੀਜ਼ ਨੇ ਜੋ ਕਿ ਟਰੈਵਲ ਟੂਰਿਜ਼ਮ ਇੰਡਸਟਰੀ ਦੇ ਨਾਲ ਮਿਲ ਕੇ ਚੱਲਦੀਆਂ ਨੇ। ਟਰੈਵਲ ਏਜੰਸੀ ਹੀ ਆਪਣੇ ਕਲਾਇੰਟਸ ਨੂੰ, ਆਪਣੇ ਕਸਟਮਰਸ ਨੂੰ ਹੋਟਲ ਬੁੱਕ ਕਰਵਾ ਕੇ ਦਿੰਦੀ ਹੈ ਜਾਂ ਏਅਰਲਾਈਨਸ ਦੀਆਂ ਟਿਕਟਾਂ ਵਗੈਰਾ ਬੁੱਕ ਕਰਵਾ ਕੇ ਦਿੰਦੀ ਹੈ। ਟਰਾਂਸਪੋਰਟੇਸ਼ਨ ਦਾ ਜੋ ਕਿ ਪ੍ਰਬੰਧ ਕਰਦੀ ਹੈ ਆਪਣੇ ਕਲਾਇੰਟਸ ਲਈ, ਆਪਣੇ ਕਸਟਮਰ ਲਈ। ਤਾਂ ਇਸ ਤਰ੍ਹਾਂ ਏਅਰਲਾਈਨਸ, ਹੋਟਲ ਐਂਡ ਟਰਾਂਸਪੋਰਟੇਸ਼ਨ, ਇਹ ਤਿੰਨ ਇਸ ਤਰ੍ਹਾਂ ਦੀਆਂ ਇੰਡਸਟਰੀਜ਼ ਨੇ ਜੋ ਟੂਰਿਜ਼ਮ ਇੰਡਸਟਰੀ ਦੇ ਨਾਲ ਮਿਲ ਕੇ ਚੱਲਦੀਆਂ ਨੇ। ਟੂਰ ਆਪਰੇਸ਼ਨ ਐਂਡ ਟਰੈਵਲ ਏਜੰਸੀਜ਼। ਇੱਕ ਟੂਰ ਆਪਰੇਟਰ ਕੀ ਹੁੰਦਾ ਆ? ਇੱਕ ਟੂਰ ਆਪਰੇਟਰ ਇਸ ਤਰ੍ਹਾਂ ਦੀ ਟੂਰ ਕੰਪਨੀ ਹੁੰਦੀ ਆ ਜਿੱਥੇ ਟੂਰ ਪੈਕੇਜ ਬਣਾਏ ਜਾਂਦੇ ਆ, ਵੱਖ-ਵੱਖ ਤਰ੍ਹਾਂ ਦੇ ਕਸਟਮਰਸ ਦੀਆਂ ਜਿੱਦਾਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਟੂਰ ਪੈਕੇਜ ਤਿਆਰ ਕੀਤੇ ਜਾਂਦੇ ਆ। ਟੂਰ ਪੈਕੇਜ ਨੂੰ ਬਣਾਉਣਾ ਇੱਕ ਟੂਰ ਆਪਰੇਟਰ ਦਾ ਕੰਮ ਹੁੰਦਾ ਆ। ਉਸ ਦੇ ਵਿੱਚ ਪੂਰਾ ਜਾਣੀ ਕਿ ਕਿਸੇ ਯਾਤਰੀ ਦੀ ਪੂਰੀ ਟ੍ਰਿਪ ਪਲਾਨ ਕੀਤੀ ਜਾਂਦੀ ਹੈ, ਉਸਦੀ ਅਕੋਮੋਡੇਸ਼ਨ ਬੁੱਕ ਕਰਨਾ, ਏਅਰਲਾਈਨਸ ਟਿਕਟਿੰਗ ਬੁੱਕ ਕਰਨਾ ਔਰ ਉਸਦੇ ਸਾਈਟ ਸੀਇੰਗ ਵਗੈਰਾ ਦਾ ਜੋ ਅਰੇਂਜਮੈਂਟ ਕਰਨਾ, ਉਹ ਸਾਰਾ ਟੂਰ ਆਪਰੇਟਰ ਦੇ ਵਿੱਚ ਇੱਕ ਟੂਰ ਪੈਕੇਜ ਦੇ ਵਿੱਚ ਤਿਆਰ ਕੀਤਾ ਜਾਂਦਾ ਆ। ਉਸ ਤੋਂ ਬਾਅਦ ਟਰੈਵਲ ਏਜੰਸੀ। ਟਰੈਵਲ ਏਜੰਸੀ ਜੋ ਹੁੰਦੀ ਆ ਉਹ ਇੱਕ ਟੂਰ ਆਪਰੇਟਰ ਅਤੇ ਇੱਕ ਕਲਾਇੰਟ ਦੇ ਵਿੱਚ ਮਿਡਲਮੈਨ ਦਾ ਕੰਮ ਕਰਦੀ ਆ। ਟੂਰ ਆਪਰੇਟਰ ਜਾਂ ਟੂਰ ਕੰਪਨੀਆਂ ਦੁਆਰਾ ਬਣਾਏ ਗਏ ਜੋ ਟੂਰ ਪੈਕੇਜ ਹੁੰਦੇ ਆ ਉਹਨਾਂ ਨੂੰ ਟਰੈਵਲ ਏਜੰਸੀ ਸੇਲ ਕਰਦੀ ਹੈ। ਜਿੱਦਾਂ ਟਰੈਵਲ ਏਜੰਸੀ ਦਾ ਕੰਮ ਜੋ ਹੁੰਦਾ ਆ ਉਹ ਬਣੇ ਬਣਾਏ ਟੂਰ ਪੈਕੇਜ ਸੇਲ ਕਰਨਾ ਹੁੰਦਾ ਆ ਕਲਾਇੰਟਸ ਨੂੰ। ਟਰੈਵਲ ਏਜੰਟ ਦਾ ਕੰਮ
ਟੂਰ ਪੈਕੇਜ ਬਣਾਉਣਾ ਨਹੀਂ, ਸਿਰਫ ਸੇਲ ਕਰਨਾ ਹੁੰਦਾ ਹੈ। ਟੂਰ ਪੈਕੇਜ ਬਣਾਉਣ ਦਾ ਜੋ ਕੰਮ ਹੁੰਦਾ ਹੈ ਉਹ ਟੂਰ ਆਪਰੇਟਰ ਦਾ ਹੁੰਦਾ ਹੈ। ਔਰ ਇਸ ਕੰਮ ਵਿੱਚ ਟਰੈਵਲ ਏਜੰਸੀ ਦਾ ਆਪਣਾ ਕਮਿਸ਼ਨ ਹੁੰਦਾ ਆ। ਉਹ ਕਮਿਸ਼ਨ ਦੇ ਆਧਾਰ 'ਤੇ ਹੀ ਟੂਰ ਪੈਕੇਜ ਸੇਲ ਕਰਦੀ ਹੈ ਕਸਟਮਰਸ ਨੂੰ। ਇਸ ਤੋਂ ਇਲਾਵਾ ਟਰੈਵਲ ਦੇ ਜੋ ਪੇਪਰਸ ਹੁੰਦੇ ਆ ਉਹਨਾਂ ਦੀ ਡਾਕੂਮੈਂਟੇਸ਼ਨ ਕਰਵਾਉਣੀ, ਲਾਈਕ ਪਾਸਪੋਰਟ ਵਗੈਰਾ ਜਾਂ ਵੀਜ਼ਾ ਵਗੈਰਾ ਦਾ ਪ੍ਰਬੰਧ ਕਰਨਾ, ਇਹ ਵੀ ਟਰੈਵਲ ਏਜੰਸੀ ਦਾ ਕੰਮ ਹੁੰਦਾ ਆ। ਔਰ ਇੱਕ ਟਰੈਵਲ ਏਜੰਟ ਅਤੇ ਟੂਰ ਆਪਰੇਟਰ ਦੇ ਵਿੱਚ ਕੀ ਡਿਫਰੈਂਸ ਹੁੰਦਾ ਆ? ਟਰੈਵਲ ਏਜੰਟਸ ਨੂੰ ਰਿਟੇਲਰਸ ਵੀ ਕਿਹਾ ਜਾਂਦਾ ਆ ਅਤੇ ਟੂਰ ਆਪਰੇਟਰ ਨੂੰ ਹੋਲਸੇਲਰ ਕਿਹਾ ਜਾਂਦਾ ਆ। ਜੋ ਹੋਲਸੇਲਰ ਹੁੰਦਾ ਆ ਉਹ ਡੀਲ ਕਰਦਾ ਹੈ ਰਿਟੇਲਰ ਨਾਲ। ਇੱਕ ਰਿਟੇਲਰ ਯਾਨੀ ਕਿ ਇੱਕ ਟਰੈਵਲ ਏਜੰਟ ਟੂਰ ਆਪਰੇਟਰ ਅਤੇ ਇੱਕ ਕਲਾਇੰਟ ਦੇ ਵਿੱਚ ਇੱਕ ਮਿਡਲ ਮੈਨ ਦਾ ਕੰਮ ਕਰਦਾ ਆ। ਇੱਕ ਰਿਟੇਲਰ ਦਾ ਕੰਮ ਹੁੰਦਾ ਹੈ ਟਰੈਵਲਰ ਨੂੰ ਐਡਵਾਈਸ ਦੇਣੀ, ਉਸਦੀ ਕਾਉਂਸਲਿੰਗ ਕਰਨੀ ਕਿਸੇ ਟੂਰਿਸਟ ਡੈਸਟੀਨੇਸ਼ਨਾਂ ਦੇ ਸੰਬੰਧ ਵਿੱਚ। ਉਸਦਾ ਆਪਣਾ ਇੱਕ ਫਿਕਸ ਪ੍ਰਾਈਜ਼ ਹੁੰਦਾ ਆ। ਔਰ ਜੋ ਹੋਰ ਤਰ੍ਹਾਂ ਦੀਆਂ ਜਿੱਦਾਂ ਪਾਸਪੋਰਟ ਵਗੈਰਾ ਜਾਂ ਵੀਜ਼ਾ ਵਗੈਰਾ ਵਿੱਚ ਉਹ ਵੀ ਹੈਲਪ ਕਰਦਾ ਆ, ਉਸ ਲਈ ਉਹ ਆਪਣੀ ਫੀਸ ਜੋ ਹੈ ਅਲੱਗ ਤੋਂ ਜੋ ਚਾਰਜ ਕਰਦਾ ਆ। ਇਸ ਦੇ ਉਲਟ ਹੋਲਸੇਲਰ ਦਾ ਜੋ ਕੰਮ ਹੁੰਦਾ ਆ ਉਹ ਸਿਰਫ ਇੱਕ ਟੂਰ ਪੈਕੇਜ ਤਿਆਰ ਕਰਨਾ ਹੁੰਦਾ ਆ ਅਤੇ ਉਹ ਸਿੱਧੇ ਤੌਰ 'ਤੇ ਕਲਾਇੰਟ ਨੂੰ ਉਹ ਨਹੀਂ ਵੇਚ ਸਕਦਾ। ਇਸ ਦੇ ਲਈ ਉਸਨੂੰ ਇੱਕ ਰਿਟੇਲਰ ਦੀ ਜ਼ਰੂਰਤ ਪੈਂਦੀ ਹੈ, ਯਾਨੀ ਕਿ ਇੱਕ ਟਰੈਵਲ ਏਜੰਟ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਉਸਦੇ ਬਣੇ ਬਣਾਏ ਟੂਰ ਪੈਕੇਜ ਨੂੰ ਲੋਕਾਂ ਤੱਕ ਸੇਲ ਕਰ ਸਕੇ। ਇੱਕ ਟਰੈਵਲ ਮੈਨੇਜਮੈਂਟ ਕੰਪਨੀ ਦੇ ਵਿੱਚ ਰਿਟੇਲਰ ਹੁੰਦਾ ਆ, ਕਾਉਂਸਲਰ ਹੁੰਦਾ ਆ, ਹੋਲਸੇਲਰ ਹੁੰਦਾ ਆ। ਇਸ ਤੋਂ ਅੱਗੇ ਟਰੈਵਲ ਏਜੰਸੀ ਦਾ ਜੋ ਇੱਕ ਟੇਬਲ ਹੁੰਦਾ ਆ ਉਸਦੀ ਸੰਸਥਾ ਦਾ, ਉਸਦੇ ਵਿੱਚ ਕਿੰਨੇ ਟਾਈਪਸ ਦੇ ਇੰਪਲੋਈਜ਼ ਕੰਮ ਕਰਦੇ ਆ। ਸਭ ਤੋਂ ਪਹਿਲਾਂ ਮੈਨੇਜਰ, ਉਸਦਾ ਸੈਕਟਰੀ ਹੁੰਦਾ ਆ। ਫਿਰ 3 ਤਰ੍ਹਾਂ ਦੇ ਮੈਨੇਜਰ ਹੁੰਦੇ ਆ: ਐਡਮਿਨਿਸਟ੍ਰੇਸ਼ਨ, ਆਪਰੇਸ਼ਨਸ, ਸੇਲਸ। ਉਸ ਤੋਂ ਅੱਗੇ ਬੁੱਕ ਕੀਪਰ, ਕੈਸ਼ੀਅਰ, ਟਰੈਵਲ ਕਾਉਂਸਲਰ, ਰਿਜ਼ਰਵੇਸ਼ਨ ਐਂਡ ਟਿਕਟਿੰਗ ਮੈਨੇਜਰ ਔਰ ਲੀਏਜ਼ਨ ਆਫਿਸਰ, ਅਕਾਊਂਟ ਐਕਸੀਕਿਊਟਿਵ ਜੋ ਸੇਲਸ ਦਾ ਹੀ ਇੱਕ ਪਾਰਟ ਹੁੰਦਾ ਹੈ। ਸਭ ਤੋਂ ਪਹਿਲਾਂ ਇੱਕ ਟਰੈਵਲ ਕਾਉਂਸਲਰ ਦਾ ਕੀ ਕੰਮ ਹੁੰਦਾ ਆ? ਟਰੈਵਲ ਕਾਉਂਸਲਰ ਜੋ ਹੁੰਦਾ ਆ ਉਹ ਇੱਕ ਟਰੈਵਲ ਏਜੰਸੀ ਦਾ ਕਹਿ ਲਓ ਮੁੱਖ ਪਾਰਟ ਹੀ ਹੁੰਦਾ ਹੈ, ਇੱਕ ਮੇਨ ਹਿੱਸਾ ਹੁੰਦਾ ਆ, ਕਿਉਂਕਿ ਉਸਨੇ ਕਾਉਂਸਲਿੰਗ ਕਰਨੀ ਹੁੰਦੀ ਹੈ ਕਲਾਇੰਟਸ ਨਾਲ। ਸਭ ਤੋਂ ਪਹਿਲਾਂ ਕਲਾਇੰਟ ਜੋ ਰਿਕੁਐਸਟ ਕਰਦਾ ਆ, ਜਿਸ ਜਗ੍ਹਾ ਉਹ ਟੂਰ 'ਤੇ ਜਾਣਾ ਚਾਹੁੰਦਾ ਆ ਹੈ ਨਾ, ਉਸ ਥਾਂ ਦੀ ਸਾਰੀ ਇਨਫੋਰਮੇਸ਼ਨ ਦੇਣਾ ਟਰੈਵਲ ਕਾਉਂਸਲਰ ਦਾ ਕੰਮ ਹੁੰਦਾ ਹੈ। ਉਸ ਤੋਂ ਬਾਅਦ ਉਸਨੇ ਰਿਕਮੈਂਡ ਕਰਨਾ ਹੁੰਦਾ ਆ ਉਹਨਾਂ ਪ੍ਰੋਡਕਟਸ ਨੂੰ ਜਾਂ ਸਰਵਿਸ ਨੂੰ ਜੋ ਕਿ ਉਹਨਾਂ ਦੇ ਕਲਾਇੰਟ ਨੂੰ ਸੂਟ ਕਰਦੀਆਂ ਆ। ਔਰ ਸਭ ਤੋਂ ਮੇਨ ਗੱਲ, ਇੱਕ ਟਰੈਵਲ ਕਾਉਂਸਲਰ ਲਈ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਆ, ਕਿਉਂਕਿ ਟੂਰਿਜ਼ਮ ਇੰਡਸਟਰੀ ਇੱਕ ਵਾਸਟ ਇੰਡਸਟਰੀ ਆ ਔਰ ਆਏ ਦਿਨ ਇਸ ਵਿੱਚ ਕੁਝ ਚੇਂਜਿਸ ਹੁੰਦੀਆਂ ਰਹਿੰਦੀਆਂ ਆ। ਕਈ ਜਗ੍ਹਾ 'ਤੇ ਕਈ ਨਵੀਆਂ ਟੂਰਿਸਟ ਡੈਸਟੀਨੇਸ਼ਨਸ ਜੋ ਇਸਟੈਬਲਿਸ਼ ਹੋ ਜਾਂਦੀਆਂ ਆ, ਤਾਂ ਇਸ ਸਭ ਦੀ ਨੌਲੇਜ ਹੋਣਾ ਇੱਕ ਟਰੈਵਲ ਕਾਉਂਸਲਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸ ਨੌਲੇਜ ਦੇ ਆਧਾਰ 'ਤੇ ਹੀ ਉਹ ਆਪਣੇ ਕਲਾਇੰਟਸ ਦਾ ਦਿਲ ਜਿੱਤ ਸਕਦਾ ਆ, ਆਪਣੇ ਕਲਾਇੰਟਸ ਨੂੰ ਸੈਟਿਸਫਾਈ ਕਰ ਸਕਦਾ ਆ। ਔਰ ਇਸ ਤੋਂ ਇਲਾਵਾ ਉਹ ਸਾਰੀ ਟਰੈਵਲ ਇਨਫੋਰਮੇਸ਼ਨ ਨੂੰ ਬੁਕਿੰਗ ਕਾਰਡ ਦੇ ਵਿੱਚ ਫਿਲ ਕਰਦਾ ਆ। ਔਰ ਇਨ ਕੇਸ ਅਗਰ ਕੋਈ ਰਿਫੰਡ ਜਾਂ ਕੋਈ ਕੈਂਸਲਿਸ ਹੋਣੀ ਹੋਵੇ ਤਾਂ ਉਸ ਲਈ ਵੀ ਇੱਕ ਟਰੈਵਲ ਕਾਉਂਸਲਰ ਹੀ ਕਲਾਇੰਟ ਨਾਲ ਸੰਪਰਕ ਕਰਦਾ ਹੈ। ਉਸ ਤੋਂ ਅੱਗੇ ਦੀ ਰਿਜ਼ਰਵੇਸ਼ਨ ਆਫਿਸਰ। ਰਿਜ਼ਰਵੇਸ਼ਨ ਆਫਿਸਰ ਦਾ ਕੰਮ ਹੁੰਦਾ ਹੈ ਰਿਜ਼ਰਵੇਸ਼ਨ ਕਰਨੀ। ਸਭ ਤੋਂ ਪਹਿਲਾਂ ਇੱਕ ਕਲਾਇੰਟ ਟਰੈਵਲਰ ਕਾਉਂਸਲਰ ਕੋਲ ਜਾਵੇਗਾ। ਉਸ ਤੋਂ ਬਾਅਦ ਜਦੋਂ ਉਸਦੀ ਕਾਉਂਸਲਿੰਗ ਦੀ ਪ੍ਰੋਸੈਸ ਜੋ ਪੂਰੀ ਹੋ ਜਾਵੇਗੀ ਔਰ ਇੱਕ ਉਹ ਮਨ ਬਣਾ ਲਏਗਾ ਕਿਸੇ ਟੂਰਿਸਟ ਡੈਸਟੀਨੇਸ਼ਨ 'ਤੇ ਜਾਣ ਲਈ, ਤਾਂ ਉਸ ਤੋਂ ਬਾਅਦ ਫਿਰ ਰਿਜ਼ਰਵੇਸ਼ਨ ਆਫਿਸਰ ਦਾ ਕੰਮ ਸ਼ੁਰੂ ਹੁੰਦਾ ਹੈ। ਉਹ ਰਿਜ਼ਰਵੇਸ਼ਨ ਆਫਿਸਰ ਰਿਜ਼ਰਵੇਸ਼ਨ ਕਰਦਾ ਆ ਉਸ ਕਲਾਇੰਟ ਦੀ ਜਾਂ ਉਸ ਇਨਸਾਨ ਦੀ ਜਿਸ ਥਾਂ 'ਤੇ ਕਿਸੇ ਥਾਂ 'ਤੇ ਘੁੰਮਣ ਲਈ ਜਾਣਾ ਹੋਵੇ।
ਅਗਰ ਉਹਦੇ ਟੂਰ ਪਲਾਨ ਦੇ ਵਿੱਚ ਜਾਂ ਉਹਦੇ ਟੂਰ ਪੈਕੇਜ ਦੇ ਵਿੱਚ ਕੋਈ ਚੇਂਜ ਕਰਨਾ ਹੋਵੇ ਤਾਂ ਇਹ ਵੀ ਰਿਜ਼ਰਵੇਸ਼ਨ ਆਫਿਸਰਸ ਦਾ ਕੰਮ ਹੁੰਦਾ ਹੈ। ਜਾਂ ਇਹ ਕਹਿ ਲਓ ਕਿ ਜਿਹੜਾ ਰਿਜ਼ਰਵੇਸ਼ਨ ਆਫਿਸਰ ਹੁੰਦਾ ਆ ਇੱਕ ਬੈਕਅਪ ਹੁੰਦਾ ਆ ਟਿਕਟਿੰਗ ਆਫਿਸਰ ਦਾ। ਟਿਕਟਿੰਗ ਆਫਿਸਰ ਦਾ ਬੈਕਅਪ ਜੋ ਰਿਜ਼ਰਵੇਸ਼ਨ ਆਫਿਸਰ ਹੁੰਦਾ। ਨੈਕਸਟ ਦੀ ਟਿਕਟਿੰਗ ਆਫਿਸਰ। ਟਿਕਟਿੰਗ ਆਫਿਸਰ ਦਾ ਕੰਮ ਹੁੰਦਾ ਆ ਟਿਕਟਾਂ ਇਸ਼ੂ ਕਰਨੀਆਂ। ਉਹ ਟਿਕਟਾਂ ਇਸ਼ੂ ਕਰਦਾ ਆ, ਟਰੈਵਲ ਡਾਕੂਮੈਂਟਸ ਦਾ ਪ੍ਰਬੰਧ ਕਰਕੇ ਦਿੰਦਾ ਆ ਕਲਾਇੰਟ ਨੂੰ। ਉਸਦਾ ਜੋ ਮੇਨ ਕੰਮ ਹੁੰਦਾ ਆ ਉਹ ਟਿਕਟਿੰਗ ਡਿਪਾਰਟਮੈਂਟ ਦੇ ਵਿੱਚ ਹੀ ਹੁੰਦਾ ਆ। ਜਿੱਦਾਂ ਕਲਾਇੰਟ ਨੇ ਕਿਸ ਪਲੇਨ ਉੱਪਰ ਜਾਣਾ ਹੈ, ਉਸ ਪਲੇਨ ਦੀ ਜੋ ਉਸ ਏਅਰਲਾਈਨਸ ਦੀ ਜੋ ਟਿਕਟ ਹੈ ਉਹ ਟਿਕਟਿੰਗ ਆਫਿਸਰ ਕਰਵਾ ਕੇ ਦਿੰਦਾ ਹੈ। ਇਹ ਵੀ ਇੱਕ ਬੈਕਅਪ ਹੁੰਦਾ ਆ ਟਰੈਵਲ ਕਾਉਂਸਲਰ ਦਾ। ਟਰੈਵਲ ਕਾਉਂਸਲਰ ਦਾ ਬੈਕਅਪ ਦੇ ਤੌਰ 'ਤੇ ਜੋ ਐਕਟ ਕਰਦਾ ਆ ਉਹ ਟਿਕਟਿੰਗ ਆਫਿਸਰ ਹੁੰਦਾ ਹੈ। ਤੇ ਲੀਸਨ ਆਫਿਸਰ। ਲੀਸਨ ਆਫਿਸ ਦਾ ਕੰਮ ਹੁੰਦਾ ਆ ਸਾਰੀ ਜੋ ਕਿ ਰੈਲੀਵੈਂਟ ਪੇਪਰਸ ਹੁੰਦੇ ਆ ਉਹਨਾਂ ਨੂੰ ਸਪੋਰਟਿੰਗ ਪੇਪਰਸ ਹੁੰਦੇ ਆ ਯਾਤਰਾ ਲਈ ਜੋ ਰੈਲੀਵੈਂਟ ਹੁੰਦੇ ਆ ਉਹਨਾਂ ਦਾ ਅਰੇਂਜ ਕਰਕੇ ਦਿਆ ਔਰ ਇਨਸ਼ੋਰ ਕਰਨਾ ਕਿ ਇਹ ਡਾਕੂਮੈਂਟਸ ਟਾਈਮ 'ਤੇ ਜੋ ਕਿ ਰਿਲੀਜ਼ ਹੋ ਜਾਣ। ਔਰ ਅਦਰ ਡਾਕੂਮੈਂਟਸ ਦਾ ਵੀਜ਼ਾ ਜਾਂ ਹੋਰ ਕੋਈ ਟਰੈਵਲ ਲਈ ਜੋ ਰਿਕੁਆਇਰਮੈਂਟ ਹੁੰਦੀ ਹੈ ਜਿਨ੍ਹਾਂ ਡਾਕੂਮੈਂਟਸ ਦੀ ਉਹਨਾਂ ਦਾ ਅਰੇਂਜ ਕਰਨਾ ਲੀਏਜ਼ਨ ਆਫਿਸਰ ਦਾ ਕੰਮ ਹੁੰਦਾ ਹੈ। ਟੂਰ ਆਪਰੇਟਰ। ਟੂਰ ਆਪਰੇਟਰ ਦੋ ਤਰ੍ਹਾਂ ਦੇ ਹੁੰਦੇ ਨੇ, ਇਨਬਾਊਂਡ ਅਤੇ ਆਊਟਬਾਊਂਡ। ਇਨਬਾਊਂਡ ਟੂਰ ਆਪਰੇਟਰ ਉਹ ਹੁੰਦੇ ਨੇ ਜੋ ਕਿ ਕਿਸੇ ਇੱਕ ਪਾਰਟੀਕੂਲਰ ਸਿਟੀ ਜਾਂ ਇੱਕ ਪਾਰਟੀਕੂਲਰ ਕੰਟਰੀ ਦੇ ਵਿੱਚ ਟੂਰਸ ਦਾ ਪ੍ਰਬੰਧ ਕਰਾਉਂਦੇ ਨੇ। ਅਗਰ ਕਿਸੇ ਇਨਸਾਨ ਨੇ ਆਪਣੇ ਦੇਸ਼ ਦੇ ਵਿੱਚ ਹੀ ਯਾਤਰਾ ਕਰਨੀ ਹੈ, ਉਸਨੇ ਆਪਣੇ ਦੇਸ਼ ਦੀਆਂ ਹੱਦਾਂ ਪਾਰ ਕਰਕੇ ਕਿਸੇ ਫੋਰਨ ਕੰਟਰੀ ਦੇ ਵਿੱਚ ਨਹੀਂ ਜਾਣਾ, ਸਿਰਫ ਆਪਣੇ ਦੇਸ਼ ਦੇ ਵਿੱਚ ਹੀ ਜੋ ਕਿ ਟਰੈਵਲ ਕਰਨਾ ਹੈ, ਤਾਂ ਉਸ ਦੀ ਟਰੈਵਲ ਦਾ ਜੋ ਸਾਰਾ ਜੋ ਕਹਿ ਸਕਦੇ ਹਾਂ ਪ੍ਰਬੰਧ ਹੈ ਉਹ ਇਨਬਾਊਂਡ ਆਪਰੇਟਰ ਦੁਆਰਾ ਹੁੰਦਾ ਹੈ। ਉਸ ਤੋਂ ਬਾਅਦ ਆਊਟਬਾਊਂਡ ਆਪਰੇਟਰ। ਆਊਟਬਾਊਂਡ ਟੂਰ ਆਪਰੇਟਰ ਦਾ ਕੰਮ ਹੁੰਦਾ ਆ ਕਿਸੇ ਫੋਰਨ ਕੰਟਰੀ ਲਈ ਟੂਰ ਪੈਕੇਜ ਬਣਾਉਣੇ। ਅਗਰ ਕਿਸੇ ਕਲਾਇੰਟ ਨੇ ਫੋਰਨ ਕੰਟਰੀ ਜਾਣਾ ਆ ਘੁੰਮਣ ਲਈ ਤਾਂ ਉੱਥੋਂ ਉਸਦਾ ਜਿਹੜਾ ਟੂਰ ਦਾ ਸਾਰਾ ਪ੍ਰਬੰਧ ਕਰਨਾ ਉਹ ਇੱਕ ਆਊਟਬਾਊਂਡ ਆਪਰੇਟਰ ਦਾ ਕੰਮ ਹੁੰਦਾ ਹੈ। ਹਰ ਇੱਕ ਟਰੈਵਲ ਕੰਪਨੀ ਦੇ ਵਿੱਚ ਬਹੁਤ ਤਰ੍ਹਾਂ ਦੇ ਆਊਟਬਾਊਂਡ ਆਪਰੇਟਰ ਹੁੰਦੇ ਨੇ ਜੋ ਵੱਖ-ਵੱਖ ਕੰਟਰੀਜ਼ ਲਈ ਉਹਨਾਂ ਨੇ ਆਪਰੇਟ ਕਰਕੇ ਰੱਖੇ ਹੁੰਦੇ ਨੇ ਜਾਂ ਉਹਨਾਂ ਦਾ ਕੰਮ ਹੁੰਦਾ ਹੈ ਵੱਖ-ਵੱਖ ਕੰਟਰੀਜ਼ ਦੇ ਵਿੱਚ ਟੂਰ ਪੈਕੇਜ ਤਿਆਰ ਕਰਨੇ ਜਾਂ ਕਲਾਇੰਟਸ ਨੂੰ ਟੂਰ ਪੈਕੇਜ ਪ੍ਰੋਵਾਈਡ ਕਰਵਾਉਣੇ। ਨੈਕਸਟ ਆ ਗਿਆ ਟਰੈਵਲ ਡਾਕੂਮੈਂਟਸ। ਯਾਤਰਾ ਲਈ ਕਿਹੜੇ ਡਾਕੂਮੈਂਟਸ ਦੀ ਜ਼ਰੂਰਤ ਪੈਂਦੀ ਹੈ? ਸਭ ਤੋਂ ਪਹਿਲਾਂ ਪਾਸਪੋਰਟ। ਪਾਸਪੋਰਟ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਇਨਸਾਨ ਦੀ ਨੈਸ਼ਨੈਲਿਟੀ ਨੂੰ ਜ਼ਾਹਿਰ ਕਰਦਾ ਹੈ। ਅਗਰ ਕਿਸੇ ਇਨਸਾਨ ਨੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣਾ ਹੈ ਤਾਂ ਉਸ ਕੋਲ ਪਾਸਪੋਰਟ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਪਾਸਪੋਰਟ ਤੋਂ ਉਸ ਦੇਸ਼ ਦੀ ਰਾਸ਼ਟਰੀਅਤਾ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਇਨਸਾਨ ਕਿਸ ਦੇਸ਼ ਨਾਲ ਸੰਬੰਧ ਰੱਖਦਾ ਹੈ। 3 ਤਰ੍ਹਾਂ ਦੇ ਪਾਸਪੋਰਟ ਹੁੰਦੇ ਨੇ, ਰੈਗੂਲਰ ਇੰਡੀਅਨ ਪਾਸਪੋਰਟ, ਆਫੀਸ਼ੀਅਲ ਇੰਡੀਅਨ ਪਾਸਪੋਰਟ ਅਤੇ ਡਿਪਲੋਮੈਟਿਕ ਇੰਡੀਅਨ ਪਾਸਪੋਰਟ। ਜੋ ਰੈਗੂਲਰ ਹੁੰਦਾ ਆ ਉਹ ਉਸਦਾ ਜੋ ਕਵਰ ਹੁੰਦਾ ਹੈ ਉਹ ਬਲੂ ਹੁੰਦਾ ਆ। ਉਹ ਹਰ ਤਰ੍ਹਾਂ ਦੇ ਕਹਿ ਲਓ ਇਨਸਾਨਾਂ ਲਈ ਜਾਂ ਹਰ ਤਰ੍ਹਾਂ ਦੇ ਕਸਟਮਰਸ ਲਈ ਬਣਿਆ ਹੁੰਦਾ ਹੈ, ਆਮ ਲੋਕਾਂ ਲਈ ਬਣਿਆ ਹੁੰਦਾ ਹੈ। ਉਸ ਤੋਂ ਬਾਅਦ ਆਫੀਸ਼ੀਅਲ ਇੰਡੀਅਨ ਪਾਸਪੋਰਟ ਜਿਸਦਾ ਕਿ ਕਵਰ ਵਾਈਟ ਹੁੰਦਾ ਆ। ਇਹ ਇੰਡੀਅਨ ਗੌਰਮੈਂਟ ਆਫਿਸਰਸ ਦੇ ਲਈ ਬਣਿਆ ਹੁੰਦਾ ਹੈ। ਜਦੋਂ ਇੰਡੀਅਨ ਗੌਰਮੈਂਟ ਆਫਿਸਰਸ ਕਿਸੇ ਆਫੀਸ਼ੀਅਲੀ ਕੰਮ ਲਈ ਵਿਦੇਸ਼ ਜਾਂਦੇ ਨੇ ਤਾਂ ਉਹਨਾਂ ਲਈ ਇਹ ਪਾਸਪੋਰਟ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਡਿਪਲੋਮੈਟਿਕ ਇੰਡੀਅਨ ਪਾਸਪੋਰਟ ਜੋ ਕਿ ਕਹਿ ਲਓ ਰਾਜਨੀਤੀ ਦੇ ਵਿੱਚ ਜੋ ਇਨਸਾਨ ਹੁੰਦੇ ਨੇ, ਜੋ ਲੀਡਰ ਕਹਿ ਲਓ ਹੁੰਦੇ ਨੇ, ਉਹਨਾਂ ਲਈ ਇਹ ਪਾਸਪੋਰਟ ਬਣਾਇਆ ਜਾਂਦਾ ਹੈ। ਵੀਜ਼ਾ ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਤਾਂ ਇੱਕ ਅਜਿਹੀ ਮੋਹਰ ਹੁੰਦੀ ਹੈ ਅਗਰ ਉਹ ਪਾਸਪੋਰਟ ਉੱਪਰ ਨਾ ਲੱਗੇ ਤਾਂ ਅਸੀਂ ਕਿਸੇ ਦੇਸ਼ ਵਿੱਚ ਨਹੀਂ ਜਾ ਸਕਦੇ। ਜਿਸ ਦੇਸ਼ ਵਿੱਚ ਅਸੀਂ ਜਾਣਾ ਚਾਹੁੰਦੇ ਹਾਂ ਸਾਨੂੰ ਉਸ ਦੇਸ਼ ਦਾ ਵੀਜ਼ਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਵੀਜ਼ੇ ਦੀਆਂ ਬਹੁਤ ਸਾਰੀਆਂ ਟਾਈਪਸ ਹੁੰਦੀਆਂ ਨੇ, ਜਿੱਦਾਂ ਟੂਰਿਸਟ ਵੀਜ਼ਾ, ਵਰਕਿੰਗ ਜਾਂ ਬਿਜ਼ਨਸ ਵੀਜ਼ਾ, ਸਟੂਡੈਂਟ ਵੀਜ਼ਾ, ਟਰਾਂਸਿਟ ਵੀਜ਼ਾ, ਮਿਨਰ ਵੀਜ਼ਾ, ਸੀਮੈਨ ਵੀਜ਼ਾ।
ਇੱਕ ਟੂਰਿਸਟ ਵੀਜ਼ਾ ਉਹ ਹੁੰਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ, ਇੱਕ ਦੇਸ਼ ਤੋਂ ਦੂਸਰੀ ਦੇਸ਼ ਵਿੱਚ ਘੁੰਮਣ ਲਈ ਜਾਂਦਾ ਹੈ ਤਾਂ ਉਹ ਟੂਰਿਸਟ ਵੀਜ਼ਾ ਲਗਵਾ ਕੇ ਜਾਂਦਾ ਹੈ। ਇਸ ਦੀ ਇੱਕ ਮਿਆਦ ਹੁੰਦੀ ਹੈ, ਜਿਸ ਤਰ੍ਹਾਂ 6 ਮਹੀਨੇ ਜਾਂ ਵੱਧ ਤੋਂ ਵੱਧ 6 ਮਹੀਨੇ। 6 ਮਹੀਨਿਆਂ ਤੋਂ ਬਾਅਦ ਆਪਾਂ ਕਿਸੇ ਵੀ ਦੇਸ਼ ਦੇ ਵਿੱਚ ਜੋ ਕਿ ਟੂਰਿਸਟ ਵੀਜ਼ੇ 'ਤੇ ਨਹੀਂ ਰਹਿ ਸਕਦੇ। ਉਸ ਤੋਂ ਬਾਅਦ ਵਰਕਿੰਗ ਵੀਜ਼ਾ ਜਾਂ ਬਿਜ਼ਨਸ ਵੀਜ਼ਾ। ਅਗਰ ਕੋਈ ਇਨਸਾਨ ਕਿਸੇ ਬਿਜ਼ਨਸ ਲਈ ਆਪਾਂ ਕਿਸੇ ਦੇਸ਼ ਦੇ ਵਿੱਚ ਜਾਈਏ ਤਾਂ ਉਹ ਬਿਜ਼ਨਸ ਵੀਜ਼ਾ ਹੁੰਦਾ ਹੈ। ਬਿਜ਼ਨਸ ਵੀਜ਼ਾ ਲਵਾ ਕੇ ਜਾਣ ਦਾ ਮਤਲਬ ਹੁੰਦਾ ਹੈ ਆਪਾਂ ਕਿਸੇ ਦੇਸ਼ ਵਿੱਚ ਜਾ ਕੇ ਆਪਣੀ ਕੋਈ ਬਿਜ਼ਨਸ ਡੀਲ ਕਰਨ ਜਾਣਾ ਹੈ। ਸਟੂਡੈਂਟ ਵੀਜ਼ਾ, ਕਿਸੇ ਹੋਰ ਦੇਸ਼ ਦੇ ਕਾਲਜ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈ ਕੇ ਆਪਾਂ ਉੱਥੇ ਪੜ੍ਹਨਾ ਹੁੰਦਾ ਆ ਤਾਂ ਉੱਥੇ ਸਟੂਡੈਂਟ ਵੀਜ਼ਾ ਲੱਗਦਾ ਹੈ। ਟ੍ਰਾਂਸਿਟ ਵੀਜ਼ਾ, ਇਹ ਇੱਕ ਆਵਾਜਾਈ ਵੀਜ਼ਾ ਹੁੰਦਾ ਆ। ਇਹ ਉਹ ਵੀਜ਼ਾ ਹੁੰਦਾ ਆ ਜਿਸ ਵਿੱਚ ਕਿ ਉੱਥੋਂ ਦੇ ਜੋ ਆਪਣਾ ਦੇਸ਼ ਦੇ ਖੇਤਰ ਵਿੱਚ ਐਂਟਰ ਹੋਣ ਤੋਂ ਬਿਨਾਂ ਉੱਥੋਂ ਦੇ ਜਿਹੜਾ ਆਵਾਜਾਈ ਵਾਲਾ ਹਵਾਈ ਆਵਾਜਾਈ ਜ਼ੋਨ ਹੁੰਦਾ ਹੈ ਉੱਥੋਂ ਲੰਘਣ ਦੀ ਆਪਾਂ ਨੂੰ ਪਰਮਿਸ਼ਨ ਮਿਲ ਜਾਂਦੀ ਹੈ। ਉਸ ਤੋਂ ਬਾਅਦ ਸੀਮੈਨ ਵੀਜ਼ਾ। ਸੀਮੈਨ ਵੀਜ਼ਾ ਨੂੰ ਆਪਾਂ ਜੋ ਆ ਇੱਕ ਸਮੁੰਦਰੀ ਵੀਜ਼ਾ ਵੀ ਕਹਿ ਸਕਦੇ ਹਾਂ। ਇਹ ਵੱਧ ਤੋਂ ਵੱਧ 5 ਦਿਨਾਂ ਲਈ ਲੱਗ ਸਕਦਾ ਹੈ। ਟਿਕਟ, ਇੱਕ ਏਅਰਲਾਈਨ ਟਿਕਟ ਇੱਕ ਅਜਿਹਾ ਦਸਤਾਵੇਜ਼ ਹੁੰਦੀ ਹੈ ਜਿਸ ਤੋਂ ਬਿਨਾਂ ਆਪਾਂ ਹਵਾਈ ਯਾਤਰਾ ਨਹੀਂ ਕਰ ਸਕਦੇ। ਅਗਰ ਕਿਸੇ ਇਨਸਾਨ ਨੇ ਕਿਸੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣਾ ਹੈ ਏਅਰਲਾਈਨਸ ਰਾਹੀਂ ਤਾਂ ਉਸਨੂੰ ਏਅਰਲਾਈਨ ਟਿਕਟ ਕਰਵਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਏਅਰਲਾਈਨ ਜੋ ਟਿਕਟ ਹੁੰਦੀ ਹੈ ਉਹਨਾਂ ਦੇ 3 ਰੂਲਸ ਹੁੰਦੇ ਨੇ, ਜਿੱਦਾਂ ਨੋਨ ਰਿਫੰਡੇਬਲ, ਨੋਨ ਟਰਾਂਸਫਰੇਬਲ ਅਤੇ ਨੋਨ ਰੀਰੂਟੇਬਲ। ਇਸ ਨੂੰ ਰਿਫੰਡ ਨਹੀਂ ਕਰਵਾਇਆ ਜਾ ਸਕਦਾ ਅਤੇ ਇਸ ਨੂੰ ਟਰਾਂਸਫਰ ਵੀ ਨਹੀਂ ਕਰਵਾਇਆ ਜਾ ਸਕਦਾ ਅਤੇ ਇਸ ਦਾ ਜੋ ਰੂਟ ਹੈ ਉਹ ਉਸੇ ਰੂਟ 'ਤੇ ਹੀ ਜਾਵੇਗੀ, ਉਸ ਰੂਟ ਨੂੰ ਆਪਾਂ ਬਦਲ ਨਹੀਂ ਸਕਦੇ। ਫਲਾਈਟ ਰਿਜ਼ਰਵੇਸ਼ਨ, ਇਸ ਦੇ ਲਈ ਸਭ ਤੋਂ ਪਹਿਲਾਂ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਵੀ ਆਪਾਂ ਕਿਸ ਜਗ੍ਹਾ ਤੋਂ ਜਾਣਾ ਹੈ ਅਤੇ ਕਿਸ ਥਾਂ 'ਤੇ ਜਾਣਾ ਹੈ। ਆਪਣਾ ਪੁਆਇੰਟ ਆਫ ਜੋ ਸਟਾਰਟਿੰਗ ਕਿੱਥੋਂ ਹੈ ਅਤੇ ਪੁਆਇੰਟ ਆਫ ਡੈਸਟੀਨੇਸ਼ਨ ਆਪਾਂ ਜਾਣਾ ਕਿੱਥੇ ਹੈ। ਉਸ ਤੋਂ ਬਾਅਦ ਟਰੈਵਲ ਦੀ ਡੇਟ, ਕਿਸ ਤਰੀਕ ਨੂੰ ਜਾਣਾ ਹੈ। ਉਸ ਤੋਂ ਬਾਅਦ ਫਲਾਈਟ ਨੰਬਰ ਜਾਂ ਕਲਾਸ, ਆਪਾਂ ਏਅਰਲਾਈਨ ਦੀ ਕਿਸ ਕਲਾਸ ਦੇ ਵਿੱਚ ਵਿਜ਼ਿਟ ਕਰਨੀ ਹੈ ਜਾਂ ਕਿਸ ਕਲਾਸ ਰਾਹੀਂ ਜਾਣਾ ਹੈ। ਪੈਸੇਂਜਰ ਨੰਬਰ, ਉਸ ਤੋਂ ਬਾਅਦ ਪੈਸੇਂਜਰ ਨੰਬਰ। ਇੱਕ ਏਅਰਲਾਈਨਸ ਦੇ ਵਿੱਚ 3 ਤਰ੍ਹਾਂ ਦੀਆਂ ਕਲਾਸ ਹੁੰਦੀਆਂ, ਫਸਟ ਕਲਾਸ, ਬਿਜ਼ਨਸ ਕਲਾਸ ਜਾਂ ਇਕੋਨਮੀ ਕਲਾਸ। ਫਸਟ ਕਲਾਸ ਜ਼ਿਆਦਾ ਐਕਸਪੈਂਸਿਵ ਹੁੰਦੀ ਹੈ। ਬਿਜ਼ਨਸ ਕਲਾਸ ਦੇ ਵਿੱਚ ਜ਼ਿਆਦਾਤਰ ਵਪਾਰੀ ਲੋਕ ਜਾਂ ਬਿਜ਼ਨਸਮੈਨ ਜਾਂਦੇ ਨੇ ਅਤੇ ਇਕੋਨਮੀ ਕਲਾਸ ਜੋ ਹੁੰਦੀ ਹੈ ਆਮ ਲੋਕਾਂ ਲਈ ਹੁੰਦੀ ਹੈ। ਸੋ ਇਹ ਸੀ ਇੱਕ ਟੂਰ ਏਜੰਸੀ ਦੇ ਫੰਕਸ਼ਨਸ ਅਤੇ ਇਸ ਦੇ ਓਪਰੇਸ਼ਨਸ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ। ਥੈਂਕ ਯੂ।